ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਾਂਗੇ ਨਾ तमाम ਖਬਰਾਂ ਦੇ ਉੱਪਰ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਵੀਰ ਜੀ। ਜੀ ਮਨਦੀਪ ਜੀ, ਸਭ ਤੋਂ ਪਹਿਲਾਂ ਗੱਲ ਅਸੀਂ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਦੀ ਕਰ ਲੈਂਦੇ ਹਾਂ। ਲਗਾਤਾਰ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਫੈਡਰਲ ਚੋਣਾਂ ਦੇ ਵਿੱਚ ਜਿੱਤ ਤਾਂ ਲਿਬਰਲ ਪਾਰਟੀ ਦੀ ਹੋ ਗਈ ਹੈ, ਪਰ ਕੈਬਨਿਟ ਦੇ ਵੱਲੋਂ ਸਹੁੰ ਕਦੋਂ ਚੁੱਕੀ ਜਾਵੇਗੀ? ਸੋ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ, ਕੈਬਨਿਟ ਦੇ ਵੱਲੋਂ ਸਹੁੰ ਕਦੋਂ ਚੁੱਕੀ ਜਾਵੇਗੀ? ਜੀ ਬਿਲਕੁਲ ਜੀ, ਇਹ ਸਵਾਲ ਹੁਣ ਲਗਾਤਾਰ ਕੀਤਾ ਜਾ ਰਿਹਾ ਹੈ ਕਿਉਂਕਿ ਸਾਰੇ ਕਹਿ ਰਹੇ ਆ ਕਿ ਉਡੀਕ ਜਿਹੜੀ ਆ ਬਹੁਤ ਲੰਬੀ ਹੋ ਰਹੀ ਆ, ਕਿਉਂਕਿ ਪਿਛਲੇ ਮਹੀਨੇ 20 ਤਰੀਕ ਨੂੰ ਜਿਹੜੀਆਂ ਸਤੰਬਰ ਦੇ ਵਿੱਚ 20 ਸਤੰਬਰ ਨੂੰ ਜਿਹੜੀਆਂ ਉਹ ਚੋਣਾਂ ਸੀਗੀਆਂ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਜਿਹੜਾ ਵਾ 1 ਮਹੀਨਾ ਹੋਰ ਹੋ ਚੱਲਿਆ ਵਾ ਨਤੀਜੇ ਆਇਆ ਨੂੰ, ਤੇ ਹਾਲੇ ਤੱਕ ਜਿਹੜਾ ਵਾ ਇਹ ਨਹੀਂ ਦੱਸਿਆ ਗਿਆ ਕਿ ਕਿਸ ਦਿਨ ਨੂੰ ਸਹੁੰ ਚੱਕਣੀ ਆ, ਕਿੱਦਣ ਨਵੀਂ ਕੈਬਨਿਟ ਜਿਹੜੀ ਆ ਬਣਾਈ ਜਾਵੇਗੀ, ਨਵੀਂ ਕੈਬਨਿਟ 'ਚ ਕੌਣ-ਕੌਣ ਹੋਵੇਗਾ। ਇਹ 'ਤੇ ਵੀ ਕਈ ਤਰੀਕੇ ਦੀ ਚਰਚਾ ਚੱਲ ਰਹੀ ਹੈ, ਅੱਗੇ ਜਾ ਕੇ ਉੱਤੇ ਵੀ ਗੱਲ ਕਰਾਂਗੇ। ਪਰ ਹੁਣ 2 ਤਰੀਕਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ, ਜਿਹਦੇ ਵਿੱਚ 25 ਜਾਂ 26 ਤਰੀਕ ਕਿਹਾ ਜਾ ਰਿਹਾ ਕਿ 25 ਜਾਂ 26 ਅਕਤੂਬਰ ਨੂੰ ਜਿਹੜਾ ਵਾ ਇਹ ਸਮਾਗਮ ਰੱਖਿਆ ਜਾ ਸਕਦਾ ਆ, ਜਦੋਂ ਜਿਹੜੇ ਕੈਨੇਡਾ ਦੇ ਗਵਰਨਰ ਜਨਰਲ ਨੇ ਉਹ ਸਹੁੰ ਚੁਕਾ ਸਕਦੇ ਨਵੀਂ ਸਰਕਾਰ ਨੂੰ। ਹਾਲਾਂਕਿ ਜਿਹੜੀ ਨਵੀਂ ਕੈਬਨਿਟ ਦਾ ਇਹ ਸਾਰਾ ਮਾਮਲਾ ਇਸ ਕਰਕੇ ਵੀ ਬਹੁਤਾ ਲੋਕ ਦਿਲਚਸਪੀ ਨਹੀਂ ਲੈ ਰਹੇ ਆ, ਕਿਉਂਕਿ ਨਤੀਜੇ ਜਿਹੜੇ ਆ ਲਗਭਗ ਉਹ ਪਿਛਲੀ ਵਾਰ ਵਾਲੇ ਹੀ ਆ। ਜਿਵੇਂ ਪਿਛਲੀ ਵਾਰ 157 ਸੀਟਾਂ ਜਿੱਤ ਕੇ ਲਿਬਰਲ ਪਾਰਟੀ ਦੀ ਮਿਨੋਰਟੀ ਬਣੀ ਸੀ, ਇਸ ਵਾਰ ਵੀ ਜਿਹੜਾ ਵਾ ਉਹ 160 ਸੀਟਾਂ ਜਿੱਤ ਕੇ ਉਹਨਾਂ ਦੀ ਮਿਨੋਰਟੀ ਬਣੀਆਂ। 10 ਸੀਟਾਂ ਐਕਟਿਵ ਵੀ ਉਹ ਪਿੱਛੇ ਰਹਿ ਗਏ ਆ। ਜੋ ਇੱਛਾ ਸੀ ਉਹਨਾਂ ਦੀ ਪੂਰੀ ਮੈਜੋਰਟੀ ਗਵਰਨਮੈਂਟ ਦੀ ਉਹ ਪੂਰੀ ਨਹੀਂ ਹੋ ਸਕੀ। ਔਰ ਬਹੁਤੀ ਦਿਲਚਸਪੀ ਇਸ ਕਰਕੇ ਨਹੀਂ ਕਿਉਂਕਿ ਲਗਭਗ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਪ੍ਰਧਾਨ ਮੰਤਰੀ ਤਾਂ ਚਲੋ ਇਹ ਪੱਕੇ ਤੌਰ ਤੇ ਇਹੀ ਰਹਿਣਗੇ, ਔਰ ਬਹੁਤੇ ਚਿਹਰੇ ਵੀ ਜਿਹੜੇ ਆ ਉਹੀ ਹੋ ਸਕਦੇ ਆ। ਕੁਝ ਕੁ ਨਵੇਂ ਚਿਹਰੇ ਜਿਹੜੇ ਆ ਉਹ ਵਿੱਚ ਐਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪਰ ਕਿਉਂਕਿ ਸਰਕਾਰ ਉਹੀ ਪਾਰਟੀ ਜਿੱਤੀ ਆ, ਕੰਮਕਾਰ ਉਸੇ ਤਰੀਕੇ ਨਾਲ ਚੱਲ ਰਿਹਾ। ਨਵੀਆਂ ਅਨਾਉਂਸਮੈਂਟ ਵੀ ਹੋ ਰਹੀਆਂ ਨੇ, ਜਸਟਿਨ ਟਰੂਡੋ ਐਲਾਨ ਵੀ ਕਰ ਰਹੇ ਨੇ। ਜਿਹੜੇ ਵਿਦੇਸ਼ ਨੀਤੀ ਦੇ ਤਹਿਤ ਜਿਹੜੀਆਂ G20 ਨਾਲ ਮੀਟਿੰਗ ਵੀ ਕਰ ਰਹੇ ਨੇ, ਵਿਦੇਸ਼ੀ ਦੌਰਿਆਂ ਤੇ ਜਸਟਿਨ ਟਰੂਡੋ ਜਾ ਵੀ ਰਹੇ ਨੇ, ਔਰ ਸਾਰਾ ਕੰਮਕਾਰ ਉਸੇ ਤਰੀਕੇ ਨਾਲ ਚੱਲ ਰਿਹਾ। ਸੋ ਇਸ ਕਰਕੇ ਕੋਈ ਬਹੁਤਾ ਲੋਕਾਂ ਨੂੰ ਲੱਗ ਰਿਹਾ ਕਿ ਫਰਕ ਨਹੀਂ ਪੈ ਰਿਹਾ, ਪਰ ਇੰਨਾ ਜ਼ਰੂਰ ਹੈ ਕਿ ਕੁਝ ਨਵੇਂ ਚਿਹਰੇ ਜਿਹੜੇ ਆ ਉਹ ਆ ਸਕਦੇ ਨੇ ਨਵੀਂ ਕੈਬਨਿਟ ਦੇ ਵਿੱਚ, ਕਿਉਂਕਿ ਕੁਝ ਜਿਹੜੇ ਪਿਛਲੇ ਮੰਤਰੀ ਸੀ ਉਹਦੇ ਵਿੱਚੋਂ 2-4 ਜਿਹੜੇ ਉਹ ਹਾਰ ਵੀ ਗਏ ਚੋਣਾਂ ਦੇ ਵਿੱਚ, ਉਹਨਾਂ ਦੀ ਥਾਂ ਵੀ ਭਰਨੀ ਆ। ਕੁਝ ਜਿਹੜੇ ਨਵੇਂ ਜਿੱਤੇ ਆ ਸੂਬਿਆਂ ਦੇ ਵਿੱਚੋਂ ਉਹਨਾਂ ਨੂੰ ਵੀ ਨੁਮਾਇੰਦਗੀ ਦੇਣੀ ਆ। ਸੋ ਇਸ ਤਰੀਕੇ ਨਾਲ ਜਿਹੜਾ ਵਾ ਥੋੜਾ ਜਿਹਾ ਦਿਲਚਸਪੀ ਤਾਂ ਬਣੀ ਹੋਈ ਆ, ਖਾਸ ਕਰਕੇ ਸਿਆਸੀ ਮਾਹਰਾਂ ਦੀ, ਪੱਤਰਕਾਰਾਂ ਦੀ, ਕਿ ਕਿਹਨੂੰ ਕੁਰਸੀ ਮਿਲਦੀ ਆ, ਕਿਹਨੂੰ ਹਟਾਇਆ ਜਾਂਦਾ ਆ। ਪਰ ਇੰਨਾ ਜ਼ਰੂਰ ਹੈ ਕਿ ਹੁਣ ਤਰੀਕ ਸਾਹਮਣੇ ਆ ਰਹੀ ਆ। ਜਦੋਂ ਸਤੰਬਰ ਦੇ ਵਿੱਚ ਜਸਟਿਨ ਟਰੂਡੋ ਨੇ ਇਹ ਕਿਹਾ ਸੀ ਕਿ ਅਕਤੂਬਰ ਦੇ ਵਿੱਚ ਜਿਹੜੀ ਆ ਉਹ ਨਵੀਂ ਸਰਕਾਰ ਸਹੁੰ ਚੁੱਕੇਗੀ, ਨਵੀਂ ਕੈਬਨਿਟ ਬਣੇਗੀ, ਤਾਂ ਉਦੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਸ਼ਾਇਦ ਅਕਤੂਬਰ ਦੇ ਪਹਿਲੇ ਹਫ਼ਤੇ ਹੋ ਸਕਦਾ ਆ। ਪਰ ਹੁਣ ਇਹ ਜੋ ਚੱਲ ਰਿਹਾ ਇਸ ਵਕਤ, ਕਿਉਂਕਿ ਆਲਰੇਡੀ ਅੱਜ 15 ਅਕਤੂਬਰ ਜਿਹੜੀ ਉਹ ਹੋ ਚੁੱਕੀ ਆ, ਸੋ ਹੁਣ ਜਿਹੜਾ ਜਾ ਕੇ ਮਾਫ ਕਰਨਾ 14 ਅਕਤੂਬਰ ਜਿਹੜੀ ਹੋ ਚੁੱਕੀ ਆ। ਸੋ ਇਸ ਤਰੀਕੇ ਨਾਲ ਹੁਣ ਜਾ ਕੇ ਜਿਹੜੀ ਆ ਇਹ 25-26 ਅਕਤੂਬਰ, ਸੋ ਅਕਤੂਬਰ ਦੇ ਅਖੀਰਲੇ ਹਫ਼ਤੇ ਜਿਹੜਾ ਜਾ ਕੇ ਹੁਣ ਇਹ ਸਰਕਾਰ ਨਵੀਂ ਜਿਹੜੀ ਆ ਕੈਬਨਿਟ ਬਣੇਗੀ, ਸਹੁੰ ਚੁੱਕੇਗੀ, ਤੇ ਉਸ ਤੋਂ ਬਾਅਦ ਫਿਰ ਜਿਹੜੀ ਲੱਗਦਾ ਕਿ ਨਵੰਬਰ ਦੇ ਵਿੱਚ ਜਿਹੜੀ ਪਾਰਲੀਮੈਂਟ ਹੈ ਉਹ ਬੁਲਾਈ ਜਾ ਸਕਦੀ ਹੈ। ਜੀ ਮਨਦੀਪ ਜੀ, ਪਰ ਸਵਾਲ ਫਿਰ ਇਹ ਵੀ ਖੜਾ ਹੁੰਦਾ ਹੈ ਕਿ ਇਸ ਵਾਰ ਕੈਬਨਿਟ ਦੇ ਵਿੱਚ ਕਿਹੜੇ ਨਵੇਂ ਚਿਹਰੇ ਸ਼ਾਮਿਲ ਕੀਤੇ ਜਾ ਸਕਦੇ ਨੇ, ਜਾਂ ਫਿਰ ਕਿਸ ਪੰਜਾਬੀ ਦਾ ਨਾਮ ਇਸ ਦੇ ਵਿੱਚ ਆ ਸਕਦਾ ਹੈ? ਪੰਜਾਬੀਆਂ ਨੂੰ ਕੈਬਨਿਟ ਦੇ ਵਿੱਚ ਕਿਹੜੇ ਅਹੁਦੇ ਦੇ ਉੱਪਰ ਥਾਂ ਮਿਲ ਸਕਦੀ ਹੈ? ਇਸ ਬਾਰੇ ਵੀ ਜਾਣਕਾਰੀ ਤੁਹਾਡੇ ਤੋਂ ਹਾਸਲ ਕਰਨਾ ਚਾਹਾਂਗੇ। ਬਿਲਕੁਲ ਜੀ, ਜੇਕਰ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਚਿਹਰਾ ਕੈਬਨਿਟ ਦੇ ਵਿੱਚ ਇਸ ਵਕਤ ਨੇ ਹਰਜੀਤ ਸਿੰਘ ਸੱਜਣ। ਔਰ CBC ਦੇ ਹਵਾਲੇ ਨਾਲ ਜੋ ਖਾਸ ਖਬਰ ਆਈ ਆ, ਜੋ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਤੇ ਇਹ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਜਿਹੜੇ ਹਰਜੀਤ ਸੱਜਣ ਆ ਉਹਨਾਂ ਦਾ ਜਿਹੜਾ ਮੰਤਰਾਲਾ ਆ ਉਹ ਚੇਂਜ ਕੀਤਾ ਜਾਵੇ। ਸੋ ਇਹ ਹੋ ਸਕਦਾ ਹੈ ਕਿ ਉਹਨਾਂ ਤੋਂ ਇਸ ਵਾਰ ਰੱਖਿਆ ਮੰਤਰਾਲਾ ਲੈ ਕੇ ਜਿਹੜਾ ਵਾ ਕੋਈ ਹੋਰ ਮੰਤਰਾਲਾ ਉਹਨਾਂ ਨੂੰ ਦਿੱਤਾ ਜਾ ਸਕਦਾ ਆ। ਔਰ ਕਿਉਂਕਿ ਪਿਛਲੀ ਵਾਰ ਜਿਹੜਾ ਉਹਨਾਂ ਤੇ ਕੁਝ ਦੋਸ਼ ਲੱਗੇ ਸੀ, ਕਿਉਂਕਿ ਫੌਜ ਦੇ ਵਿੱਚੋਂ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਜੋ ਜਿਨਸੀ ਸ਼ੋਸ਼ਣ ਨਾਲ ਜੁੜਿਆ ਹੋਇਆ ਸੀ ਔਰਤਾਂ ਦੇ ਨਾਲ। ਸੋ ਉਹਨੂੰ ਚੰਗੇ ਤਰੀਕੇ ਨਾਲ ਹੈਂਡਲ ਕਰਨ ਦੇ ਜਿਹੜੇ ਦੋਸ਼ ਉਹਨਾਂ ਤੇ ਨਹੀਂ ਲੱਗੇ ਸੀ, ਵੀ ਚੰਗੇ ਤਰੀਕੇ ਨਾਲ ਸੱਜਣ ਉਹਨੂੰ ਹੈਂਡਲ ਨਹੀਂ ਕਰ ਸਕੇ। ਹਾਲਾਂਕਿ ਇਸ ਮਾਮਲੇ ਤੇ ਜਿਹੜੀ ਸੀ ਉਹ ਪਾਰਲੀਮੈਂਟ ਵਿੱਚ ਉਹਨਾਂ ਦੀ ਪੇਸ਼ੀ ਵੀ ਹੋਈ। ਉਹਨਾਂ ਨੇ ਦੱਸਿਆ ਕਿ ਇੱਕ ਪੋਲੀਟੀਸ਼ੀਅਨ ਵਜੋਂ ਜਿਹੜਾ ਵਾ ਮੈਂ ਇਸ ਮਾਮਲੇ 'ਚ ਦਖਲ ਨਹੀਂ ਦੇਣਾ ਚਾਹੀਦਾ ਸੀ। ਉਹਨਾਂ ਨੇ ਦੱਸਿਆ ਕਿ ਇੱਕ ਬਕਾਇਦਾ ਪ੍ਰੋਸੈਸ ਹੈ ਜਿਹਦੇ ਤਹਿਤ ਇਹ ਮਾਮਲਾ ਹੱਲ ਹੋਣਾ ਚਾਹੀਦਾ ਸੀ, ਔਰ ਸਬੂਤਾਂ ਦੀ ਵੀ ਘਾਟ ਸੀਗੀ।
ਪਰ ਉਹਨਾਂ ਨੇ ਕਿਹਾ ਕਿ ਇੱਕ ਪੋਲੀਟੀਸ਼ੀਅਨ ਦੇ ਤੌਰ ਤੇ ਉਹ ਨਹੀਂ ਚਾਹੁੰਦੇ ਸੀ ਕਿ ਕੋਈ ਸਿਆਸਤਦਾਨ ਇਸ ਮਾਮਲੇ 'ਚ ਦਖਲ ਦੇਵੇ। ਸੋ ਇਸ ਕਰਕੇ ਉਹਨਾਂ ਨੇ ਆਪਣੀ ਜਿਹੜੀ ਸਫਾਈ ਰੱਖੀ ਸੀ, ਪਰ ਇਹਦੇ ਬਾਵਜੂਦ ਵੀ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਖਿਲਾਫ ਪਾਰਲੀਮੈਂਟ ਵਿੱਚ ਇੱਕ ਮਤਾ ਵੀ ਪਾਸ ਕੀਤਾ, ਉਹਨਾਂ ਦਾ ਅਸਤੀਫਾ ਵੀ ਮੰਗਿਆ। ਪਰ ਜਸਟਿਨ ਟਰੂਡੋ ਜਿਹੜੇ ਸੀ ਉਹ ਡਟ ਕੇ ਹਰਜੀਤ ਸੱਜਣ ਦੇ ਹੱਕ 'ਚ ਖੜ ਗਏ ਸੀ ਔਰ ਉਹਨਾਂ ਨੇ ਯਾਦ ਕਰਾਇਆ ਕਿ ਹਰਜੀਤ ਸੱਜਣ ਦੀਆਂ ਜਿਹੜੀਆਂ ਸੇਵਾਵਾਂ ਨੇ ਕੈਨੇਡਾ ਲਈ, ਕੈਨੇਡੀਅਨ ਫੌਜ ਦੇ ਵਿੱਚ ਉਹਨਾਂ ਨੇ ਕਿਸ ਤਰੀਕੇ ਨਾਲ ਕੈਨੇਡਾ ਦੀ ਸੇਵਾ ਕੀਤੀ ਆ, ਸਾਰੀ ਉਮਰ ਉਹਨਾਂ ਨੇ ਇਸ ਪਾਸੇ ਲਈ ਆ। ਸੋ ਉਹਨਾਂ ਨੇ ਕਿਹਾ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਚੀਜ਼ਾਂ ਨੂੰ ਭੁੱਲ ਰਹੀਆਂ ਨੇ। ਸੋ ਉਹ ਹਰਜੀਤ ਸੱਜਣ ਦੇ ਹੱਕ 'ਚ ਜਿਹੜਾ ਸੀ ਆ ਕੇ ਖੜ ਗਿਆ ਸੀ ਔਰ ਅਸਤੀਫਾ ਨਹੀਂ ਲਿਆ ਸੀ, ਤੇ ਹੁਣ ਤੱਕ ਜਿਹੜੇ ਹਰਜੀਤ ਸੱਜਣ ਨੇ ਆਪਣੇ ਅਹੁਦੇ ਤੇ ਬਰਕਰਾਰ ਨੇ। ਪਰ ਕਿਉਂਕਿ ਹੁਣ ਨਵੀਂ ਕੈਬਨਿਟ ਬਣਨੀ ਆ, ਸੋ ਉਹਦੇ ਵਿੱਚ ਇਹ ਜ਼ੋਰ ਪਾਇਆ ਜਾ ਰਿਹਾ ਜਸਟਿਨ ਟਰੂਡੋ ਹੋਣਾ ਉੱਤੇ ਕਿ ਉਹਨਾਂ ਦਾ ਜਿਹੜਾ ਮੰਤਰਾਲਾ ਆ ਉਹ ਬਦਲਿਆ ਜਾਵੇ, ਔਰ ਨਾਲ ਦੀ ਨਾਲ ਇਹ ਵੀ ਸਲਾਹ ਦਿੱਤੀ ਜਾ ਰਹੀ ਹੈ ਕਿ ਉਹਨਾਂ ਦੇ ਥਾਂ ਤੇ ਜਿਹੜੇ ਨਵੇਂ ਰੱਖਿਆ ਮੰਤਰੀ ਹੋਣਗੇ ਉਹ ਕਿਸੇ ਔਰਤ ਨੂੰ, ਮਹਿਲਾ ਨੂੰ ਬਣਾਇਆ ਜਾਵੇ। ਉਹਦੇ ਵਿੱਚ 2-3 ਨਾਮ ਵੀ ਅੱਗੇ ਆ ਰਹੇ ਨੇ, ਜਿਹਦੇ ਵਿੱਚ ਇੱਕ ਵਾਰੀ ਫੇਰ ਭਾਰਤੀ ਨਾਮ ਹੀ ਅੱਗੇ ਆ ਰਿਹਾ, ਅਨੀਤਾ ਆਨੰਦ ਹੋਣਾ ਦਾ। ਸੋ ਦੇਖਦੇ ਆ ਕਿ ਇਹ ਵੀ ਇੱਕ ਦਿਲਚਸਪੀ ਬਣੀ ਰਹੇਗੀ ਕਿ ਹਰਜੀਤ ਸੱਜਣ ਜਿਹੜਾ ਵਾ ਉਹ ਆਪਣਾ ਅਹੁਦਾ ਬਰਕਰਾਰ ਰੱਖ ਸਕਦੇ ਨੇ ਜਾਂ ਨਹੀਂ, ਜਾਂ ਫਿਰ ਉਹਨਾਂ ਨੂੰ ਕੋਈ ਨਵਾਂ ਮੰਤਰਾਲਾ ਦਿੱਤਾ ਜਾਂਦਾ ਹੈ, ਕਿਉਂਕਿ ਵੈਸੇ ਤਾਂ ਜਸਟਿਨ ਟਰੂਡੋ ਦੇ ਕਾਫੀ ਜਿਹੜੇ ਕਰੀਬੀ ਨੇ ਉਹ ਮੰਨੇ ਜਾਂਦੇ ਨੇ। ਇਹਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਨਵਦੀਪ ਬੈਂਸ ਜਿਹੜੇ ਆ ਉਹ ਪੀਲ ਰੀਜਨ ਦੇ ਹਲਕੇ ਤੋਂ ਜਿਹੜੀ ਉਹ ਨੁਮਾਇੰਦਗੀ ਕਰਦੇ ਸੀ, ਮਿਸੀਸਾਗਾ ਮਾਲਟਨ ਤੋਂ। ਉਹ ਆਪਣਾ ਸਿਆਸਤ ਦੇ ਵਿੱਚੋਂ ਅਸੀਂ ਇੱਕ ਤਰੀਕੇ ਦਾ ਕਹਿ ਸਕਦੇ ਹਾਂ ਕਿ ਸੰਨਿਆਸ ਲੈ ਗਏ ਆ। ਪਹਿਲਾਂ ਅਸਤੀਫਾ ਦਿੱਤਾ, ਫਿਰ ਉਹਨਾਂ ਨੇ ਚੋਣ ਵੀ ਨਹੀਂ ਲੜੀ। ਉਹਨਾਂ ਦੀ ਥਾਂ ਤੇ ਹਾਲਾਂਕਿ ਅਕਵਿੰਦਰ ਗਹੀਰ ਜਿਹੜੇ ਉਹ ਇਸ ਵਕਤ MP ਬਣੇ ਨੇ, ਸੀਟ ਉਹਨਾਂ ਨੇ ਸੰਭਾਲ ਕੇ ਰੱਖਿਆ ਲਿਬਰਲ ਲਈ। ਪਰ ਜੇਕਰ ਅਸੀਂ ਉੱਥੋਂ ਨੁਮਾਇੰਦਗੀ ਦੀ ਗੱਲ ਕਰੀਏ ਤਾਂ ਉੱਥੋਂ ਕਿਸੇ ਹੋਰ ਪੰਜਾਬੀ MP ਦਾ ਜਿਹੜਾ ਨੰਬਰ ਹੈ ਉਹ ਲੱਗ ਸਕਦਾ ਆ। ਉਹਦੇ ਵਿੱਚ 2 ਨਾਂ ਜਿਹੜੇ ਹੁਣ ਅੱਗੇ ਚੱਲ ਰਹੇ ਨੇ, ਜਿਹਦੇ ਵਿੱਚ ਰੂਬੀ ਸਹੋਤਾ ਅਤੇ ਕਮਲ ਖਹਿਰਾ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ, ਜੋ ਬਰੈਂਪਟਨ ਦੇ ਵੱਖ-ਵੱਖ ਹਲਕਿਆਂ ਤੋਂ ਇਸ ਵਕਤ MP ਨੇ ਔਰ ਕਾਫੀ ਵਾਰ ਜਿਹੜੇ ਉਹ ਚੋਣ ਜਿੱਤ ਚੁੱਕੇ ਨੇ। ਪਿਛਲੀ ਵਾਰ ਵੀ ਇਹਨਾਂ 'ਚੋਂ ਚਰਚਾ ਚੱਲਦੀ ਸੀ ਕਿ ਸ਼ਾਇਦ ਕਿਸੇ ਨੂੰ ਚੁਣਿਆ ਜਾ ਸਕਦਾ, ਪਰ ਉਦੋਂ ਵੀ ਨਵਦੀਪ ਬੈਂਸ ਹੀ ਬਾਜੀ ਮਾਰ ਗਏ ਸੀਗੇ। ਇਸ ਹਲਕੇ ਦੇ ਵਿੱਚੋਂ ਨੁਮਾਇੰਦਗੀ ਜਿਹੜੀ ਆ ਨਵਦੀਪ ਬੈਂਸ ਨੂੰ ਮਿਲੀ ਸੀ। ਸੋ ਹੁਣ ਨਵਦੀਪ ਬੈਂਸ ਜਿਹੜੇ ਉਹ ਮੁਕਾਬਲੇ 'ਚ ਨਹੀਂ ਆ, ਸਿਆਸਤ ਤੋਂ ਛੱਡ ਚੁੱਕੇ ਆ। ਜਿਹੜਾ ਮੰਤਰੀ ਪਦ ਉਹਨਾਂ ਨੇ ਆਪ ਹੀ ਤਿਆਗ ਦਿੱਤਾ ਸੀ, ਚੋਣ ਵੀ ਨਹੀਂ ਲੜੀ। ਸੋ ਇਹਨਾਂ 'ਚੋਂ ਕਿਸੇ ਦਾ ਨੰਬਰ ਲੱਗ ਸਕਦਾ ਆ। ਦੂਜੇ ਪਾਸੇ ਜਿਹੜੇ ਵਰਦੀਸ਼ ਚੱਗੜ ਆ, ਅਨੀਤਾ ਆਨੰਦ ਆ, ਉਹਨਾਂ ਦੇ ਅਹੁਦੇ ਜਿਹੜੇ ਬਰਕਰਾਰ ਰਹਿ ਸਕਦੇ ਆ। ਸੋ ਕੈਬਨਿਟ ਦੇ ਵਿੱਚ ਇੱਕ ਨਵੀਂ ਇਹ ਵੀ ਗੱਲ ਆ ਕਿ ਜਸਟਿਨ ਟਰੂਡੋ ਜਿਹੜਾ ਪੂਰਾ ਇੱਕ ਬੈਲੈਂਸ ਬਣਾਉਣਾ ਚਾਹੁੰਦੇ ਆ ਕਿ ਕੈਬਨਿਟ ਦੇ ਵਿੱਚ ਜਿੰਨੇ ਮੇਲ ਮੰਤਰੀ ਹੋਣਗੇ ਉਨੀਆਂ ਹੀ ਫੀਮੇਲ ਹੋਣਗੀਆਂ, ਇਸ ਤਰੀਕੇ ਦੀ ਚਰਚਾ ਵੀ ਚੱਲ ਰਹੀ ਆ। ਸੋ ਦੇਖਦੇ ਆ ਕੀ ਫੈਸਲਾ ਹੁੰਦਾ ਹੈ, ਪਰ ਇੰਨਾ ਜ਼ਰੂਰ ਹੈ ਕਿ ਮੰਥਨ ਬਹੁਤ ਜ਼ਿਆਦਾ ਹੋ ਰਿਹਾ। ਲਗਭਗ ਮਹੀਨੇ ਬਾਅਦ ਜਿਹੜਾ ਵਾ ਇਹ ਪੂਰਾ ਮਹੀਨਾ ਜੇ ਅਸੀਂ ਲਾ ਲਈਏ ਤਾਂ ਇਹੀ ਚੱਲਦਾ ਰਿਹਾ ਮੇਰੇ ਖਿਆਲ ਨਾਲ ਕਿ ਕੌਣ ਮੰਤਰੀ ਬਣੇਗਾ, ਕੌਣ ਨਹੀਂ ਬਣੇਗਾ। ਸੋ ਦੇਖਦੇ ਆ ਕਿ ਜੇ 25 ਜਾਂ 26 ਅਕਤੂਬਰ ਨੂੰ ਜਿਸ ਦਿਨ ਇਹ ਖੁਲਾਸਾ ਹੋ ਜਾਏਗਾ ਕਿ ਕੌਣ-ਕੌਣ ਗਵਰਨਰ ਜਨਰਲ ਦੇ ਹਾਊਸ ਸਹੁੰ ਚੁੱਕਣ ਜਾਂਦਾ ਆ ਤੇ ਉਸ ਤੋਂ ਬਾਅਦ ਫਿਰ ਕਿਹਨੂੰ ਕਿਹੜਾ ਮੰਤਰਾਲਾ ਮਿਲਦਾ ਆ। ਜੀ ਮਨਦੀਪ ਜੀ, ਅੱਜ ਇੱਕ ਬ੍ਰਿਟਿਸ਼ ਕੋਲੰਬੀਆ ਤੋਂ ਬੜੀ ਖਾਸ ਖਬਰ ਸਾਹਮਣੇ ਆਈ ਹੈ। ਪ੍ਰੋਵਿੰਸ ਅਜਿਹਾ ਪਹਿਲਾ ਕੈਨੇਡਾ ਦਾ ਬਣ ਚੁੱਕਿਆ ਹੈ ਜਿੱਥੇ 12 ਸਾਲ ਦੇ ਬੱਚੇ ਵੀ ਹੁਣ ਕੰਮ ਕਰ ਸਕਦੇ ਨੇ। ਲਿਸਟ ਜਿਹੜੀ ਹੈ ਉਹ ਪ੍ਰੋਵਿੰਸ ਦੇ ਵੱਲੋਂ ਜਾਰੀ ਕੀਤੀ ਗਈ ਹੈ ਕਿ ਬੱਚੇ ਕਿਹੜਾ ਕੰਮ ਕਰ ਸਕਦੇ ਨੇ ਤੇ ਕਿਹ ਤੋਂ ਦੂਰੀ ਬਣਾ ਕੇ ਰੱਖਣੀ ਹੋਵੇਗੀ। ਸੋ ਇਸ ਬਾਰੇ ਜਾਣਕਾਰੀ ਅਸੀਂ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ ਕਿ 12 ਸਾਲ ਤੋਂ ਜੋ ਗੱਲ ਕਹੀ ਗਈ ਹੈ ਪ੍ਰੋਵਿੰਸ ਦੇ ਵੱਲੋਂ ਕਿ ਬੱਚੇ ਕੰਮ ਕਰ ਸਕਦੇ ਨੇ, ਉਹ ਕਿਹੜਾ ਕੰਮ ਕਰ ਸਕਦੇ ਨੇ ਤੇ ਬਾਕੀ ਤੁਹਾਡੇ ਕੋਲ ਇਸ ਬਾਰੇ ਕੀ ਜਾਣਕਾਰੀ ਹੈ। ਬਿਲਕੁਲ ਜੀ, ਕੱਲ ਤੋਂ BC ਦੇ ਵਿੱਚ ਜਿਹੜਾ ਵਾ ਇਹ ਲਾਗੂ ਹੋ ਜਾਵੇਗਾ, ਜਿਹੜੇ ਮਾਫ ਕਰਨਾ ਨਿਯਮ ਬਦਲੇ ਗਏ ਨੇ। ਸੋ ਉਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ 12 ਸਾਲ ਤੋਂ ਲੈ ਕੇ ਜਿਹੜੇ ਹੁਣ ਬੱਚੇ ਆ ਉਹ ਕੰਮ ਕਰ ਸਕਦੇ ਨੇ ਕਾਨੂੰਨੀ ਤੌਰ ਤੇ। ਜਿਹੜੇ ਚਾਈਲਡ ਲੇਬਰ ਦੇ ਲਾਅ ਨੇ ਉਹਨਾਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ, ਪਰ ਇਹ 'ਚ ਸ਼ਰਤਾਂ ਜਿਹੜੀਆਂ ਬਹੁਤ ਸਾਰੀਆਂ ਰੱਖੀਆਂ ਗਈਆਂ ਨੇ, ਜਿਹਦੇ ਵਿੱਚ ਜੇਕਰ ਅਸੀਂ 12 ਸਾਲ ਦੇ ਬੱਚਿਆਂ ਦੀ ਗੱਲ ਕਰੀਏ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਆ ਜਿਹੜੇ ਉਹਨਾਂ ਦੇ ਗਾਰਡੀਅਨ ਆ ਜਾਂ ਉਹਨਾਂ ਦੇ ਮਾਪੇ ਆ, ਉਹਨਾਂ ਦੀ ਰਜ਼ਾਮੰਦੀ ਦਾ ਹੋਣਾ ਬਹੁਤ ਜ਼ਰੂਰੀ ਆ। ਔਰ ਜੇਕਰ ਅਸੀਂ ਗੱਲ ਕਰੀਏ ਇਹਦੇ ਵਿੱਚ ਬੇਬੀ ਸਿਟ ਜਾਂ ਨਿਊਜ਼ਪੇਪਰ ਸਿੱਟਣ ਦੇ ਵਰਗੇ ਕੰਮ ਆ ਜਾਂ ਕੁਝ ਹੋਰ ਜਿਹੜੇ ਬਹੁਤ ਹਲਕੇ ਕੰਮ ਆ, ਲਾਈਟ ਵਰਕ ਨੂੰ ਇਸ ਕੈਟਾਗਰੀ ਵਿੱਚ ਰੱਖਿਆ ਗਿਆ। ਸੋ ਉਹਨਾਂ ਨੂੰ ਜਿਹੜਾ ਵਾ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਔਰ ਇਹਦੇ ਨਾਲ ਹੀ ਕਿਉਂਕਿ ਹੈਰੀ ਬੈਂਸ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਆ, ਜਿਹੜੇ ਲੇਬਰ ਮਿਨਿਸਟਰ ਨੇ ਉਹਨਾਂ ਵੱਲੋਂ ਅੱਜ ਅਨਾਉਂਸਮੈਂਟ ਕੀਤੀ ਗਈ ਆ, ਜੇਕਰ ਕਿਸੇ ਦਾ ਕੋਈ ਆਪਣਾ ਬਿਜ਼ਨਸ ਆ ਉਹਦੇ ਵਿੱਚ ਵੀ ਉਹ ਬੱਚੇ ਨਾਲ ਕੰਮ ਕਰ ਸਕਦੇ ਆ। ਪਰ ਸ਼ਰਤ ਇਹ ਵੀ ਆ ਕਿ ਜਿਹੜੇ ਸੇਫਟੀ ਕ੍ਰਾਈਟੇਰੀਆ ਆ ਉਹਨਾਂ ਦਾ ਪਾਲਣ ਕਰਨਾ ਜਿਹੜਾ ਬਹੁਤ ਜ਼ਰੂਰੀ ਆ। ਜਿਹੜੇ ਸੇਫਟੀ ਲਈ ਨਿਯਮ ਬਣਾਏ ਜਾਂਦੇ ਆ ਉਹਨਾਂ ਨੂੰ ਫੋਲੋ ਕੀਤਾ
ਕਰਨਾ ਪਵੇਗਾ। ਉਸ ਤੋਂ ਬਾਅਦ ਜਿਹੜਾ ਇਹਨਾਂ ਬੱਚਿਆਂ ਤੋਂ ਕੰਮ ਕਰਵਾਇਆ ਜਾ ਸਕਦਾ, ਚਾਹੇ ਕਿਸੇ ਦਾ ਆਪਣਾ ਕੋਈ ਫਾਰਮ ਦਾ ਕੰਮ ਹੋਵੇ ਜਾਂ ਫਿਰ ਕੋਈ ਹੋਰ ਫੈਮਿਲੀ ਬਿਜ਼ਨਸ ਹੋਵੇ ਤਾਂ ਉਹਦੇ ਵਿੱਚ ਹੱਥ ਵਟਾ ਸਕਦੇ ਨੇ। ਪਰ ਸ਼ਰਤ ਇਹੀ ਆ, ਸੇਫਟੀ ਕ੍ਰਾਈਟੇਰੀਆ ਦਾ ਜਿਹੜਾ ਖਿਆਲ ਹੈ ਉਹ ਰੱਖਣਾ ਪਵੇਗਾ। ਇਹਦੇ ਨਾਲ ਹੀ ਕੈਟਾਗਰੀ ਵਾਈਜ਼ ਜਿਹੜੇ ਆ ਕੁਝ ਇਸ ਤਰੀਕੇ ਦੇ ਕੰਮ ਦੱਸੇ ਗਏ ਨੇ ਕਿ ਜੇਕਰ ਕੋਈ 14 ਸਾਲ ਦਾ ਬੱਚਾ ਆ ਉਹ ਕਿਸ ਤਰੀਕੇ ਦਾ ਕੰਮ ਕਰ ਸਕਦਾ ਆ, ਜੇਕਰ ਕੋਈ 15 ਸਾਲ ਦਾ ਬੱਚਾ ਆ ਤਾਂ ਉਹ ਕਿਹੜੇ ਕੰਮ ਕਰ ਸਕਦਾ ਉਹ, ਔਰ ਉਸ ਤੋਂ ਬਾਅਦ ਫਿਰ ਜਿਹੜੀ 16 ਸਾਲ ਵਾਲੀ ਜਿਹੜੀ ਲਿਮਿਟ ਹੈ ਉਹ ਸ਼ੁਰੂ ਹੋ ਜਾਂਦੀ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਵਾ ਇਹ ਨਵੇਂ ਜਿਹੜੇ ਆ ਉਹ ਸਾਰੇ ਲਾਅ ਬਣਾਏ ਗਏ ਨੇ ਚਾਈਲਡ ਲੇਬਰ ਦੇ ਵਿੱਚ। ਪਰ ਇਹਦੇ ਵਿੱਚ ਜਿਹੜੇ ਇਹ 4 ਸਾਲ ਦਾ ਗੈਪ ਆ 12 ਤੋਂ ਲੈ ਕੇ 16 ਦੇ ਵਿੱਚ, ਇਹਦੇ ਵਿੱਚ ਸ਼ਾਮਲ ਜਿਹੜਾ ਵਾ ਉਹ ਲਾਈਟ ਵਰਕ ਹੀ ਕੀਤੇ ਗਏ ਆ, ਜਿਹੜੇ ਹਲਕੇ ਕੰਮ ਆ, ਤਾਂ ਕਿ ਕਿਸੇ ਤਰੀਕੇ ਦਾ ਜਿਹੜਾ ਵਾ ਕੋਈ ਨੁਕਸਾਨ ਨਾ ਹੋਵੇ। ਖਾਸ ਕਰਕੇ ਕੁਝ ਇਸ ਤਰੀਕੇ ਦੇ ਵੀ ਕੰਮ ਆ ਜਿਵੇਂ ਕੋਈ ਬੱਚਾ ਸਟੇਜ ਤੇ ਵੀ ਪਰਫਾਰਮ ਕਰ ਸਕਦਾ ਆ ਜਾਂ ਕੁਝ ਹੋਰ ਜਿਹੜੇ ਕੰਮ ਆ ਹਲਕੇ ਉਹਨਾਂ 'ਚ ਭਾਗ ਲੈ ਸਕਦਾ ਆ। ਪਰ ਸ਼ਰਤ ਇਹ ਆ ਕਿ ਜਿਹੜੇ ਉਹਨਾਂ ਦੇ ਗਾਰਡੀਅਨਸ ਆ ਉਹਨਾਂ ਦੀ ਪਰਮਿਸ਼ਨ ਦਾ ਹੋਣਾ ਜ਼ਰੂਰੀ ਆ, ਉਹਨਾਂ ਦੀ ਸਹਿਮਤੀ ਹੋਣੀ ਜ਼ਰੂਰੀ ਆ। ਤੇ ਦੂਜਾ ਪੁਆਇੰਟ ਇਹ ਆ ਕਿ ਜਿਹੜਾ ਸੇਫਟੀ ਕ੍ਰਾਈਟੇਰੀਆ ਆ ਉਹਦਾ ਪਾਲਣ ਕਰਨਾ ਜ਼ਰੂਰੀ ਹੈ। ਜੀ ਮਨਦੀਪ ਜੀ, ਐਲਬਰਟਾ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਦੇ ਨਾਲ ਤੇ ਹਰ ਕੋਈ ਜਾਣੂ ਹੈ, ਪਰ ਅੱਜ ਐਲਬਰਟਾ ਦੀ ਟੌਪ ਡਾਕਟਰ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਮੁਆਫੀ ਮੰਗੀ ਗਈ ਹੈ। ਸੋ ਮੁਆਫੀ ਉਹਨਾਂ ਵੱਲੋਂ ਕਿਉਂ ਮੰਗੀ ਗਈ ਹੈ? ਬਿਲਕੁਲ ਜੀ, ਕਿਉਂਕਿ ਲਗਾਤਾਰ ਅਸੀਂ ਦੇਖਦੇ ਹਾਂ ਕਿ ਜਿਹੜੇ ਜਿਵੇਂ BC ਵਿੱਚ ਡਾਕਟਰ ਬੌਨੀ ਹੈਨਰੀ ਨੇ, ਇਵੇਂ ਹੀ ਅਲਬਰਟਾ ਦੇ ਵਿੱਚ ਵੀ ਜਿਹੜੇ ਆ ਕੇ ਡਾਕਟਰ ਜਿਹੜੇ ਨੇ ਉੱਥੋਂ ਦੇ ਟੌਪ ਦੇ ਉਹ ਆ ਕੇ ਲਗਾਤਾਰ ਜਿਹੜੇ ਆ ਉਹ ਅਪਡੇਟਸ ਦਿੰਦੇ ਨੇ ਕੀ ਹਾਲਾਤ ਨੇ ਸੂਬੇ ਦੇ, ਕਿੰਨੇ ਨਵੇਂ ਕੇਸ ਆਏ ਨੇ ਤੇ ਕਿੰਨੇ ਜਿਹੜੇ ਆ ਹੋਰ ਮੌਤਾਂ ਹੋਈਆਂ ਨੇ। ਸੋ ਇਸੇ ਤਰੀਕੇ ਨਾਲ ਅੱਜ ਜਦੋਂ ਉੱਥੇ ਪ੍ਰੈਸ ਕਾਨਫਰੰਸ ਸ਼ੁਰੂ ਹੋਈ ਤਾਂ ਜਿਹੜੇ ਉੱਥੋਂ ਦੇ ਟੌਪ ਡਾਕਟਰ ਨੇ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਆ ਕੇ ਮਾਫੀ ਮੰਗੀ ਗਈ। ਮਾਫੀ ਇਸ ਕਰਕੇ ਮੰਗੀ ਗਈ ਕਿਉਂਕਿ ਕੁਝ ਦਿਨ ਪਹਿਲਾਂ ਅਲਬਰਟਾ ਦੇ ਵਿੱਚ ਇੱਕ 14 ਸਾਲ ਦੇ ਬੱਚੇ ਦੀ ਜਿਹੜੀ ਆ ਉਹ ਮੌਤ ਹੋਈ ਸੀ ਔਰ ਉਹਦੇ ਮਾਪਿਆਂ ਨੂੰ ਇਹ ਦੱਸਿਆ ਗਿਆ ਸੀ ਕਿ ਉਹਦੀ ਮੌਤ ਜਿਹੜੀ ਆ ਉਹ ਕੋਵਿਡ-19 ਕਰਕੇ ਹੋਈ ਆ। ਪਰ ਉਸ ਤੋਂ ਬਾਅਦ ਰਿਪੋਰਟ ਸਾਹਮਣੇ ਆਈ ਕਿ ਉਸ ਬੱਚੇ ਦੀ ਮੌਤ ਜਿਹੜੀ ਆ ਉਹ ਕੋਵਿਡ-19 ਕਰਕੇ ਨਹੀਂ ਹੋਈ। ਕੋਵਿਡ-19 ਇੱਕ ਸੈਕੰਡਰੀ ਰੀਜ਼ਨ ਸੀਗਾ, ਮੌਤ ਜਿਹੜੀ ਆ ਕੁਝ ਹੋਰ ਕਾਰਨਾਂ ਕਰਕੇ ਹੋਈ ਸੀਗੀ। ਸੋ ਇਸ ਕਰਕੇ ਉਹਨਾਂ ਨੇ ਮਾਫੀ ਮੰਗੀ ਔਰ ਇਹ ਕਿਹਾ ਕਿ ਜਿਹੜਾ ਇਹ ਦੁੱਖ ਦਾ ਸਮਾਂ ਸੀ ਉਹਨੂੰ ਹੋਰ ਵੀ ਜਿਹੜਾ ਉਹਨਾਂ ਨੇ ਮਾੜਾ ਬਣਾ ਦਿੱਤਾ ਸੀ, ਇਹ ਦੱਸ ਕੇ ਕਿ ਕੋਵਿਡ-19 ਦਾ ਸ਼ਿਕਾਰ ਉਹਨਾਂ ਦਾ ਬੱਚਾ ਹੋ ਗਿਆ। ਸੋ ਸ਼ੁਰੂਆਤ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਇਸ ਕਰਕੇ ਜਿਹੜੇ ਅਲਬਰਟਾ ਦੇ ਟੌਪ ਡਾਕਟਰ ਸੀਗੇ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਉਸ ਪਰਿਵਾਰ ਕੋਲੋਂ, ਉਸ ਬੱਚੇ ਦੇ ਮਾਪਿਆਂ ਕੋਲੋਂ ਮਾਫੀ ਮੰਗੀ ਗਈ। ਜੀ ਪਰ ਮਨਦੀਪ ਜੀ, ਨਾਲ ਹੀ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਇਸ ਸਮੇਂ ਅਲਬਰਟਾ ਦੇ ਵਿੱਚ ਕੋਰੋਨਾ ਵਾਇਰਸ ਦੀ ਕੀ ਹਾਲਾਤ ਬਣੇ ਹੋਏ ਨੇ, ਅੱਜ ਦੀ ਕੀ ਅਪਡੇਟ ਕਹਿ ਰਹੀ ਹੈ? ਬਿਲਕੁਲ ਜੀ, ਜਿਹੜੀ ਅਪਡੇਟ ਆ ਉਹ ਸਾਹਮਣੇ ਆਈ ਆ ਔਰ ਪਿਛਲੇ 24 ਘੰਟਿਆਂ ਦੌਰਾਨ ਜਿਹੜੇ ਆ ਤਕਰੀਬਨ 12,700 ਲੋਕਾਂ ਦੇ ਜਿਹੜੇ ਟੈਸਟ ਸੀਗੇ ਉਹ ਕੋਵਿਡ ਦੇ ਕੀਤੇ ਗਏ ਅਲਬਰਟਾ ਦੇ ਵਿੱਚ, ਜਿਹਦੇ ਵਿੱਚੋਂ 916 ਕੇਸ ਜਿਹੜੇ ਆ ਉਹ ਕੋਵਿਡ-19 ਦੇ ਪੋਜ਼ਿਟਿਵ ਪਾਏ ਗਏ ਆ। ਔਰ ਇਸੇ ਦੌਰਾਨ ਜਾਣਕਾਰੀ ਇਹ ਵੀ ਦਿੱਤੀ ਜਾ ਰਹੀ ਹੈ ਕਿ 30 ਹੋਰ ਜਿਹੜੀਆਂ ਮੌਤਾਂ ਉਹ ਅਲਬਰਟਾ ਦੇ ਵਿੱਚ ਹੋਈਆਂ ਨੇ। ਸੋ ਹਾਲਾਤ ਅਲਬਰਟਾ ਦੇ ਕਾਫੀ ਗੰਭੀਰ ਬਣੇ ਹੋਏ ਆ। ਅਸੀਂ ਪਿਛਲੇ ਦਿਨੀ ਦੱਸਿਆ ਵੀ ਸੀਗਾ, ਜਿਵੇਂ ਸਿਹਤ ਮਾਹਰਾਂ ਨੇ ਜੋ ਜਾਣਕਾਰੀ ਦਿੱਤੀ ਸੀ ਕਿ ਜਿਹੜੀ ਸਿਚੁਏਸ਼ਨ ਹੈ ਉਹ ਪੀਕ ਤੇ ਪਹੁੰਚ ਚੁੱਕੀ ਆ ਤੇ ਹੁਣ ਉਸ ਤੋਂ ਥੱਲੇ ਵੱਲ ਨੂੰ ਜਿਹੜਾ ਵਾ ਉਹ ਢਲਾਣ ਸ਼ੁਰੂ ਹੋ ਸਕਦੀ ਹੈ ਕੋਵਿਡ ਦੀ। ਪਰ ਜਿਸ ਤਰੀਕੇ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਲੱਗਦਾ ਕਿ ਹਾਲਾਤ ਹੱਲੇ ਵੀ ਗੰਭੀਰ ਬਣੇ ਹੋਏ ਨੇ ਔਰ ਕਾਫੀ ਲੋਕ ਇਸ ਵਕਤ ਜਿਹੜੇ ਆ ਉੱਥੇ ਹਸਪੀਟਲ ਦੇ ਵਿੱਚ ਵੀ ਨੇ ਕੋਵਿਡ-19 ਕਰਕੇ। ਔਰ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਹਰ ਵਾਰ ਇਹ ਦੱਸਿਆ ਜਾ ਰਿਹਾ ਉਹਨਾਂ ਵੱਲੋਂ, ਕਿਸੇ ਵੀ ਸੂਬੇ ਦੀ ਅਸੀਂ ਜੇਕਰ ਡਾਕਟਰ ਜਿਹੜੇ ਸਿਹਤ ਮਾਹਰ ਹੈ ਉਹ ਕਹਿ ਲਈਏ ਜਾਂ ਡਾਕਟਰ ਕਹਿ ਲਈਏ ਜਾਂ ਸਰਕਾਰ ਕਹਿ ਲਈਏ, ਉਹ ਦੱਸ ਰਹੀ ਨਾਲ ਕਿ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹਦੇ ਵਿੱਚੋਂ ਬਹੁਤੇ ਲੋਕ ਉਹੀ ਨੇ ਜਿਨ੍ਹਾਂ ਨੇ ਹਾਲੇ ਤੱਕ ਵੈਕਸੀਨ ਜਿਹੜੀ ਆ ਉਹ ਨਹੀਂ ਲਗਵਾਈ ਹੈ। ਜੀ ਮਨਦੀਪ ਜੀ, ਨਾਲ ਹੀ ਓਨਟਾਰੀਓ ਤੋਂ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਓਨਟਾਰੀਓ ਵੱਲੋਂ ਜੋ ਹੁਣ ਵੱਖ-ਵੱਖ ਪੜਾਵਾਂ ਦੇ ਤਹਿਤ ਢਿੱਲ ਦਿੱਤੀ ਜਾ ਰਹੀ ਹੈ, ਅਜਿਹੇ ਦੇ ਵਿੱਚ ਇੱਕ ਨਵਾਂ ਐਲਾਨ ਹੋ ਸਕਦਾ ਹੈ। ਯੋਜਨਾ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ। ਸੋਰਸਸ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਐਲਾਨ ਜਿਹੜਾ ਹੈ ਅਗਲੇ ਹਫ਼ਤੇ ਹੋ ਸਕਦਾ ਹੈ। ਸੋ ਇਸ ਬਾਰੇ ਕੀ ਜਾਣਕਾਰੀ ਹੈ ਤੁਹਾਡੇ ਕੋਲ? ਬਿਲਕੁਲ, ਕਿਉਂਕਿ ਅੰਟਾਰੀਓ ਦੇ ਵਿੱਚ ਹੁਣ ਕੇਸ ਜਿਹੜੇ ਨੇ ਪਹਿਲਾਂ ਨਾਲੋਂ ਘਟੇ ਨੇ ਔਰ ਵੈਕਸੀਨੇਸ਼ਨ ਰੇਟ ਵੀ ਉੱਥੇ ਕਾਫੀ ਹਾਈ ਆ। ਹੌਲੀ-ਹੌਲੀ ਢਿੱਲਾਂ ਦਿੱਤੀਆਂ ਜਾ ਰਹੀਆਂ ਨੇ। ਸੋ ਉੱਥੇ ਹੁਣ ਕੁਝ ਆਊਟਡੋਰ ਇਵੈਂਟ ਵੀ ਜਿਹੜੇ ਉਹ ਸ਼ੁਰੂ ਹੋਣ ਵਾਲੇ ਨੇ, ਕੁਝ ਹੋ ਵੀ ਰਹੇ ਨੇ ਛੋਟੇ-ਮੋਟੇ ਤੇ ਕੁਝ ਹੋਣੇ ਵੀ ਨੇ। ਸੋ ਉਹਨੂੰ ਲੈ ਕੇ ਜਿਹੜੇ ਕੁਝ ਇੰਡੋਰ ਬਿਜ਼ਨਸ ਵਾਲੇ ਲੋਕ ਨੇ ਉਹਨਾਂ ਵੱਲੋਂ ਜਿਹੜੇ ਸੀ ਥੋੜੀ ਜਿਹੀ ਇਤਰਾਜ਼ ਜਤਾਇਆ ਗਿਆ ਸੀ ਕਿ ਸਾਨੂੰ ਹੋਰ ਢਿੱਲ ਮਿਲਣੀ ਚਾਹੀਦੀ ਆ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਤੋਂ ਬਾਰਡਰ, ਅਮਰੀਕਾ ਵਾਲੇ ਜਿਹੜੇ ਬਾਰਡਰ ਹੈ ਉਹ ਵੀ ਖੁੱਲੇ ਨੇ, ਉਧਰੋਂ ਲੋਕ ਵੀ ਆ ਰਹੇ ਨੇ। ਸੋ ਪਰ ਜਿਹੜੇ ਇੰਡੋਰ ਬਿਜ਼ਨਸ ਨੇ, ਜੇ ਮਿਸਾਲ ਦੇ ਤੌਰ ਤੇ ਆਪਾਂ ਰੈਸਟੋਰੈਂਟ ਲੈ ਲਈਏ ਤਾਂ ਉੱਥੇ ਹੱਲੇ ਵੀ ਜਿਹੜੀ ਆ ਇਹ ਬੰਦਿਸ਼ ਲਾਈ ਹੋਈ ਆ ਕਿ ਉੱਥੇ 2 ਮੀਟਰ ਦਾ ਫਾਸਲਾ ਰੱਖਣਾ ਜ਼ਰੂਰੀ ਆ। ਜਿਹੜੀ ਕਪੈਸਿਟੀ ਆ ਉਹ ਰੈਸਟੋਰੈਂਟ ਦੀ
ਉਹ ਜਾਂ ਤਾਂ 50% ਇਸ ਕਰਕੇ ਰਹਿ ਜਾਂਦੀ ਹੈ ਜਾਂ ਕਈ ਵਾਰ ਉਸ ਤੋਂ ਵੀ ਘੱਟ ਰਹਿ ਜਾਂਦੀ ਹੈ ਕਈ ਥਾਵਾਂ ਉੱਤੇ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਉੱਤੇ ਜਿਹੜੀ ਮੰਗ ਕੀਤੀ ਜਾ ਰਹੀ ਸੀ ਸਰਕਾਰ ਵੱਲੋਂ ਕਿ ਹੁਣ ਜੇਕਰ ਵੈਕਸੀਨੇਸ਼ਨ ਤੁਸੀਂ ਪ੍ਰੂਫ ਆਫ ਵੈਕਸੀਨੇਸ਼ਨ ਰੱਖ ਦਿੱਤਾ ਆ ਕਿ ਉਹੀ ਵਿਅਕਤੀ ਉੱਥੇ ਦਾਖਲ ਹੋ ਸਕਦੇ ਆ ਜਿਨ੍ਹਾਂ ਦੇ ਵੈਕਸੀਨ ਲੱਗੀ ਹੋਈ ਆ, ਤਾਂ ਉਹ ਵੱਧ ਲੋਕ ਸੇਫ ਨੇ। ਇਸ ਕਰਕੇ ਉਹਨਾਂ ਨੂੰ ਥੋੜੀ ਰਾਹਤ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਆ। ਸੋ ਹੁਣ ਜਿੱਥੇ ਪ੍ਰੂਫ ਆਫ ਵੈਕਸੀਨੇਸ਼ਨ ਲਾਗੂ ਹੁੰਦਾ, ਜਿੰਨੀਆਂ ਥਾਵਾਂ ਤੇ ਮੰਨ ਲਓ ਰੈਸਟੋਰੈਂਟ ਆ ਜਾਂ ਹੋਰ ਥਾਵਾਂ ਨੇ, ਉੱਥੇ ਜਿਹੜੀ ਆ ਢਿੱਲ ਹੁਣ ਅੰਟਾਰੀਓ ਸਰਕਾਰ ਵੱਲੋਂ ਦਿੱਤੀ ਜਾ ਸਕਦੀ ਆ। ਉੱਥੇ ਉਹਨਾਂ ਦੀ ਕਪੈਸਿਟੀ ਜਿਹੜੀ ਆ ਉਹ ਵਧਾਈ ਜਾ ਸਕਦੀ ਆ ਇੰਡੋਰ, ਕਿ ਤੁਸੀਂ ਹੁਣ 75% ਜਾਂ ਫਿਰ 100% ਜਿਸ ਤਰੀਕੇ ਦਾ ਐਲਾਨ ਹੁੰਦਾ ਆ, ਜਿਵੇਂ ਆਵੇਗਾ ਅਸੀਂ ਦਰਸ਼ਕਾਂ ਨੂੰ ਦੱਸਾਂਗੇ। ਪਰ ਇੰਨਾ ਜ਼ਰੂਰ ਆ ਕਿ ਰਾਹਤ ਜਿਹੜੀ ਆ ਹੁਣ ਮਿਲਣ ਵਾਲੀ ਨੇ, ਖਾਸ ਕਰਕੇ ਜਿਹੜੇ ਸਮਾਲ ਬਿਜ਼ਨਸ ਨੇ, ਮੀਡੀਅਮ ਬਿਜ਼ਨਸ ਨੇ, ਉਹਨਾਂ ਨੂੰ ਕਾਫੀ ਇਹਦੇ ਵਿੱਚ ਰਾਹਤ ਮਿਲੇਗੀ। ਉਹਨਾਂ ਦੀ ਜਿਹੜੀ ਕਪੈਸਿਟੀ ਆ ਖਾਸ ਕਰਕੇ ਰੈਸਟੋਰੈਂਟ ਵਗੈਰਾ ਜਾਂ ਹੋਰ ਜਿਹੜੇ ਨੇ ਉਹ ਵਧਾਈ ਜਾਵੇਗੀ। ਸੋ ਇਹ ਮੰਗ ਵੀ ਕੀਤੀ ਜਾ ਰਹੀ ਸੀ ਤੇ ਅੰਟਾਰੀਓ ਸਰਕਾਰ ਹੁਣ ਇਸ ਤੇ ਗੌਰ ਵੀ ਕਰ ਰਹੀ ਆ ਔਰ ਜਲਦ ਇਸ ਦਾ ਐਲਾਨ ਵੀ ਹੋਵੇਗਾ। ਜੀ ਬਿਲਕੁਲ ਮਨਦੀਪ ਜੀ, ਅਗਰ ਜਿਹੜੀ ਅਗਲੀ ਖਬਰ ਹੈ ਉਹ ਬਾਇਓਮੈਟ੍ਰਿਕ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ। ਹਾਈ ਕਮਿਸ਼ਨ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਇੱਕ ਟਵੀਟ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਬਾਇਓਮੈਟ੍ਰਿਕ ਅਪਾਇੰਟਮੈਂਟ ਦੇ ਵਾਸਤੇ ਤੁਹਾਡੇ ਕੋਲ ਫੀਸ ਮੰਗੀ ਜਾ ਰਹੀ ਹੈ ਤਾਂ ਤੁਸੀਂ ਸਾਵਧਾਨ ਹੋ ਜਾਓ, ਕਿਉਂਕਿ ਬਾਇਓਮੈਟ੍ਰਿਕ ਅਪਾਇੰਟਮੈਂਟ ਦੀ ਕੋਈ ਵੀ ਫੀਸ ਨਹੀਂ ਹੈ। ਜੇਕਰ ਅਜਿਹਾ ਤੁਹਾਡੇ ਨਾਲ ਹੁੰਦਾ ਹੈ ਤਾਂ ਤੁਸੀਂ ਕਿਸੇ ਧੋਖੇ ਦਾ ਸ਼ਿਕਾਰ ਹੋ ਰਹੇ ਹੋ। ਇਹ ਜਿਹੜੀ ਹਾਈ ਕਮਿਸ਼ਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਇਸ ਬਾਰੇ ਵਧੇਰੇ ਇਨਫੋਰਮੇਸ਼ਨ ਅਸੀਂ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ। ਬਿਲਕੁਲ ਜੀ, ਕਿਉਂਕਿ ਕੋਵਿਡ-19 ਦੇ ਕਰਕੇ ਜਿਹੜੇ ਕੈਨੇਡਾ ਤੋਂ ਬਾਹਰ ਲੋਕ ਨੇ ਜਿਨ੍ਹਾਂ ਨੇ ਕੈਨੇਡਾ ਲਈ ਅਪਲਾਈ ਕੀਤਾ ਹੋਇਆ, ਚਾਹੇ ਉਹ ਸਪਾਊਸ ਨੇ, ਵਰਕ ਪਰਮਿਟ ਨੇ ਜਾਂ ਵਿਜ਼ਟਰ ਵੀਜ਼ਾ ਨੇ, ਚਾਹੇ ਉਹ ਪਰਮਾਨੈਂਟ ਨੇ ਐਕਸਪ੍ਰੈਸ ਐਂਟਰੀ ਰਾਹੀਂ, ਸੋ ਉਹ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ। ਖੱਜਲ ਖੁਆਰੀ ਇਸ ਕਰਕੇ ਕਿ ਉਡੀਕ ਬਹੁਤ ਲੰਬੀ ਹੋ ਗਈ ਹੈ, ਕਿਉਂਕਿ ਬਹੁਤ ਸਮਾਂ ਕੰਮਕਾਰ ਜਿਹੜਾ ਉਹ ਬੰਦ ਰਿਹਾ। ਹੁਣ ਜਦੋਂ ਇਹ ਸਾਰਾ ਕੰਮਕਾਰ ਖੁੱਲਿਆ ਵਾ, ਹਾਲੇ ਵੀ ਆਪਣੀ ਫੁੱਲ ਕਪੈਸਿਟੀ ਤੇ ਕੰਮ ਨਹੀਂ ਕਰ ਰਿਹਾ, ਕਿਉਂਕਿ ਭਾਰਤ ਦੀ ਅਸੀਂ ਗੱਲ ਕਰ ਰਹੇ ਹਾਂ। ਉੱਥੇ ਤਾਂ ਇੱਕ ਵਾਰ ਜਿਹੜੇ ਕੈਨੇਡੀਅਨ ਐਮਬੈਸੀ ਆ ਉੱਥੇ, ਉਹਦੇ ਅੰਦਰ ਵੀ ਜਿਹੜਾ ਕੋਵਿਡ ਦੇ ਜਿਹੜੇ ਮਾਮਲੇ ਸਾਹਮਣੇ ਆ ਗਏ ਸੀ, ਜਿਸ ਤੋਂ ਬਾਅਦ ਤਾਂ ਪੂਰੀ ਤਰੀਕੇ ਨਾਲ ਉਹਨੂੰ ਬੰਦ ਕਰਨਾ ਪਿਆ ਸੀ ਕੁਝ ਸਮੇਂ ਲਈ। ਸੋ ਹੁਣ ਜਦੋਂ ਖੁੱਲਿਆ ਤਾਂ ਲੋਕ ਜਿਹੜੇ ਉਹ ਕਾਲੇ ਪੈ ਰਹੇ ਨੇ, ਕਿਉਂਕਿ ਪਹਿਲਾਂ ਹੀ ਬਹੁਤ ਜ਼ਿਆਦਾ ਉਡੀਕ ਕਰ ਚੁੱਕੇ ਨੇ। ਔਰ ਹੁਣ ਜਦੋਂ ਸਾਰਾ ਕੁਝ ਓਪਨ ਹੋਇਆ ਤਾਂ ਇੱਕਦਮ ਜਿਹੜੀਆਂ ਸੀ ਉਹ ਅਪਾਇੰਟਮੈਂਟ ਸਾਰੀਆਂ ਬੁੱਕ ਹੋ ਗਈਆਂ। ਤੇ ਹੁਣ ਜੋ ਖਬਰ ਇਹ ਆ ਕਿ ਜੇਕਰ ਤੁਸੀਂ ਅਪਾਇੰਟਮੈਂਟ ਬਾਇਓਮੈਟ੍ਰਿਕਸ ਲਈ ਭਾਰਤ ਤੋਂ ਬੁੱਕ ਕਰਾਉਂਦੇ ਹੋ ਤਾਂ ਅਗਲੇ ਸਾਲ ਮਾਰਚ ਅਪ੍ਰੈਲ ਤੱਕ ਸਾਰੀਆਂ ਬੁੱਕ ਨੇ। ਔਰ ਇੱਥੋਂ ਤੱਕ ਦੀਆਂ ਵੀ ਖਬਰਾਂ ਨੇ ਕਿ ਕੁਝ ਲੋਕ ਜਿਹੜੇ ਨੇ ਉਹ ਭਾਰਤ ਤੋਂ ਦੁਬਈ ਵਰਗੇ ਮੁਲਕ ਜਾ ਕੇ ਜਾਂ ਭਾਰਤ ਤੋਂ ਬਾਹਰ ਜਾ ਕੇ ਬਾਇਓਮੈਟ੍ਰਿਕਸ ਜਿਹੜੇ ਕਰਵਾ ਕੇ ਆਉਂਦੇ ਨੇ। ਸੋ ਜਿਨ੍ਹਾਂ ਨੂੰ ਕੁਝ ਨੂੰ ਮੈਂ ਜਾਣਦਾ ਵੀ ਹਾਂ ਕਿ ਭਾਰਤ ਤੋਂ ਉਹ ਖਾਸ ਤੌਰ ਤੇ ਦੁਬਈ ਗਏ ਨੇ ਬਾਇਓਮੈਟ੍ਰਿਕਸ ਕਰਵਾਉਣ ਵਾਸਤੇ। ਸੋ ਉੱਥੇ ਵੀ ਕੁਝ ਤਰੀਕੇ ਜਿਹੜੇ ਭਾਰਤ ਵਿੱਚ ਲੱਭੇ ਜਾ ਰਹੇ ਨੇ। ਸੋ ਹੁਣ ਖਾਸ ਕਰਕੇ ਮਾਮਲਾ ਸਾਹਮਣੇ ਆਇਆ, ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਇਹ ਮਾਮਲਾ ਸਾਹਮਣੇ ਰੱਖਿਆ ਗਿਆ ਵਾ ਕਿ ਜਿਹਦੇ ਵਿੱਚ ਇਹ ਹੋ ਰਿਹਾ ਕਿ 30,000 ਤੋਂ ਲੈ ਕੇ ਭਾਰਤੀ ਕਰੰਸੀ ਦੇ ਵਿੱਚ 30,000 ਤੋਂ ਲੈ ਕੇ 70,000 ਤੱਕ ਲੋਕਾਂ ਤੋਂ ਮੰਗ ਕੀਤੀ ਜਾ ਰਹੀ ਆ ਕਿ ਜੇਕਰ ਤੁਹਾਨੂੰ ਅਪਾਇੰਟਮੈਂਟ ਨਹੀਂ ਮਿਲਦੀ, ਤੁਸੀਂ ਸਾਨੂੰ ਇੰਨੇ ਪੈਸੇ ਦਿਓ ਤੇ ਅਸੀਂ ਤੁਹਾਡੇ ਜਿਹੜੇ ਆ ਅਗਲੇ ਦਿਨ ਜਾਂ ਇਸੇ ਹਫਤੇ ਜਿਹੜੀ ਆ ਤੁਹਾਨੂੰ ਅਪਾਇੰਟਮੈਂਟ ਲੈ ਕੇ ਦੇ ਦੇਵਾਂਗੇ, ਤੁਹਾਡੇ ਜਿਹੜੇ ਬਾਇਓਮੈਟ੍ਰਿਕਸ ਆ ਉਹ ਕਰਵਾ ਦੇਵਾਂਗੇ। ਸੋ ਇਹਨੂੰ ਲੈ ਕੇ ਜਿਹੜਾ ਵਾ ਹੁਣ ਉਹ ਇੱਕ ਚੇਤਾਵਨੀ ਜਾਰੀ ਕੀਤੀ ਗਈ ਆ ਕਿ ਕੈਨੇਡੀਅਨ ਜਿਹੜਾ ਹਾਈ ਕਮਿਸ਼ਨਰ ਆ ਉਹ ਇਹੋ ਜਿਹੀ ਕੋਈ ਫੀਸ ਨਹੀਂ ਲੈਂਦਾ। ਇਹ ਇੱਕ ਕਰਪਸ਼ਨ ਦਾ ਮਾਮਲਾ ਆ, ਫਰਾਡ ਦਾ ਮਾਮਲਾ ਆ ਤੇ ਇਸ ਤੋਂ ਬਚਣ ਦੀ ਜਿਹੜੀ ਸਲਾਹ ਦਿੱਤੀ ਜਾ ਰਹੀ ਆ। ਔਰ ਇੱਥੋਂ ਤੱਕ ਖਦਸ਼ਾ ਜ਼ਾਹਰ ਕੀਤਾ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ VFS ਕੋਡ ਜਿਹੜਾ ਵਾ ਇਹ ਸਾਰਾ ਠੇਕਾ ਆ ਉਹਦੇ ਵੱਲੋਂ ਜਿਹੜੀਆਂ ਵਾ ਲੋਕਾਂ ਕੋਲੋਂ ਫਾਈਲਾਂ ਲੈ ਕੇ ਅੱਗੇ ਦਿੱਤੀਆਂ ਜਾਂਦੀਆਂ ਨੇ, ਉਹਨਾਂ ਦੁਆਰਾ ਹੀ ਬਾਇਓਮੈਟ੍ਰਿਕਸ ਲੈ ਜਾਂਦੇ ਨੇ। ਸੋ ਇਹ ਖਦਸ਼ਾ ਜ਼ਾਹਰ ਕੀਤਾ ਹੈ ਕਿ VFS ਦੇ ਅੰਦਰ ਹੀ ਕੋਈ ਲੋਕ ਨੇ ਕੁਝ ਉਹ ਕਰਪਸ਼ਨ ਕਰ ਰਹੇ ਨੇ ਜੋ ਇਸ ਤਰੀਕੇ ਨਾਲ 30,000 ਤੋਂ ਲੈ ਕੇ 70,000 ਤੱਕ ਸਿਰਫ ਬਾਇਓਮੈਟ੍ਰਿਕਸ ਕਰਵਾਉਣ ਦਾ ਹੀ ਲੈ ਰਹੇ ਨੇ, ਜਦਕਿ ਇਸ ਤਰੀਕੇ ਦੀ ਕੈਨੇਡੀਅਨ ਐਮਬੈਸੀ ਵੱਲੋਂ ਕੋਈ ਫੀਸ ਨਹੀਂ ਰੱਖੀ ਗਈ ਆ। ਸੋ ਉਹ ਲੋਕਾਂ ਨੂੰ ਇਹ ਤੋਂ ਬਚਣ ਦੀ ਅਪੀਲ ਕੀਤੀ ਜਾ ਰਹੀ ਆ। ਠੀਕ ਤਰੀਕੇ ਨਾਲ ਅਪਾਇੰਟਮੈਂਟ ਲੈ ਕੇ ਹੀ ਜਿਹੜਾ ਵਾ ਉਹ ਅੱਗੇ ਆਉਣ ਦੀ ਜਿਹੜੀ ਉਹ ਗੱਲ ਕੀਤੀ ਜਾ ਰਹੀ ਆ। ਸੋ ਇਸ ਤਰੀਕੇ ਨਾਲ ਜਿਹੜੀ ਇੱਥੇ ਵੀ ਕੁਝ ਲੋਕ ਇਸ ਮਾਮਲੇ ਨੂੰ ਉਠਾ ਰਹੇ ਨੇ, ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਨੂੰ ਟੈਗ ਕਰਕੇ ਟਵੀਟ ਕਰ ਰਹੇ ਨੇ, ਉਹਨਾਂ ਦੇ ਧਿਆਨ 'ਚ ਇਹ ਮਾਮਲਾ ਲਿਆ ਰਹੇ ਨੇ। ਹਾਲਾਂਕਿ ਉਹਨਾਂ ਦੇ ਧਿਆਨ 'ਚ ਆਲਰੇਡੀ ਮਾਮਲਾ ਹੋਵੇਗਾ ਵੀ। ਔਰ ਸੋ ਇਸ ਤਰੀਕੇ ਨਾਲ ਜਿਹੜਾ ਵਾ ਇਹ ਸਾਰਾ ਕੁਝ ਚੱਲ ਰਿਹਾ ਤੇ ਸੋ ਮੈਨੂੰ ਲੱਗਦਾ ਕਿ ਵੱਡੀ ਗੱਲ ਹੈ ਕਿ ਜਦੋਂ ਇਹ ਕਿਹਾ ਜਾ ਰਿਹਾ ਕਿ ਉੱਥੇ ਇਹ ਕਰਪਸ਼ਨ ਹੋ ਰਹੀ ਹੈ ਔਰ ਅਫੀਸ਼ੀਅਲਸ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ। ਜੀ ਮਨਦੀਪ ਜੀ, ਜਿਸ ਤਰ੍ਹਾਂ ਐਕਸਪ੍ਰੈਸ ਐਂਟਰੀ ਡਰਾਅ ਲਗਾਤਾਰ ਕੱਢੇ ਜਾ ਰਹੇ ਨੇ, PNP ਡਰਾਅ ਕੱਢੇ ਜਾ ਰਹੇ ਨੇ, ਅਸੀਂ ਕੱਲ ਚਰਚਾ ਕੀਤੀ ਹੈ, PNP ਸਪੈਸੀਫਿਕ ਡਰਾਅ ਦਾ ਐਲਾਨ ਕੀਤਾ ਗਿਆ।
ਇੱਕ ਵਾਰ ਫਿਰ ਤੋਂ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਹੈ ਉਹ ਮਿਸ ਹੋਇਆ ਹੈ, ਕਿਉਂਕਿ ਪਹਿਲਾਂ ਵੀ 2 ਵਾਰ ਅਜਿਹਾ ਹੋ ਚੁੱਕਿਆ ਹੈ। ਤੇ ਹੁਣ ਕਈ ਲੋਕਾਂ ਨੂੰ ਇਹ ਵੀ ਉਮੀਦ ਹੈ ਕਿ ਕੋਈ ਵੱਡਾ ਜਿਹੜਾ ਸਰਪ੍ਰਾਈਜ਼ ਹੈ ਉਹ ਮਿਲ ਸਕਦਾ ਹੈ, ਜਿਸ ਤਰ੍ਹਾਂ ਫਰਵਰੀ 13 ਨੂੰ ਹੋਇਆ ਸੀ, ਇਸ ਤਰ੍ਹਾਂ ਦਾ ਕੁਝ ਵੀ ਹੋ ਸਕਦਾ ਹੈ। ਸੋ ਕੀ ਲੱਗਦਾ ਹੈ ਕਿ ਜੋ ਫੈਡਰਲ ਸਕਿਲਡ ਵਰਕਰ ਲੈਵਲ ਦੇ ਡਰਾ ਨੇ ਜਾਂ ਫਿਰ ਕੈਨੇਡੀਅਨ ਐਕਸਪੀਰੀਅੰਸ ਕਲਾਸ, ਇਹ ਕਦੋਂ ਨੂੰ ਦੇਖਣ ਨੂੰ ਮਿਲ ਸਕਦੇ ਨੇ? ਬਿਲਕੁਲ ਜੀ, ਕਿਉਂਕਿ ਪਹਿਲਾਂ ਕੈਨੇਡੀਅਨ ਐਕਸਪੀਰੀਅੰਸ ਡਰਾ ਜਿਹੜੇ ਆ ਇਸ ਕੋਵਿਡ ਤੋਂ ਪਹਿਲਾਂ ਬਹੁਤ ਘੱਟ ਨਿਕਲਦੇ ਹੁੰਦੇ ਸੀਗੇ, ਸ਼ਾਇਦ ਨਿਕਲੇ ਹੋਣ ਜਾਂ ਨਾ, ਉਹਦੇ ਸੰਬੰਧੀ ਮੇਰੇ ਤੋਂ ਪੂਰੀ ਜਾਣਕਾਰੀ ਨਹੀਂ ਆ। ਪਰ ਜਦੋਂ ਕੋਵਿਡ ਸ਼ੁਰੂ ਹੋਇਆ ਉਸ ਤੋਂ ਬਾਅਦ ਲਗਾਤਾਰ ਕੈਨੇਡੀਅਨ ਐਕਸਪੀਰੀਅੰਸ ਡਰਾ ਜਿਹੜੇ ਉਹ ਨਿਕਲ ਰਹੇ ਸੀ, ਔਰ ਵਿੱਚ ਤਾਂ ਜਿਵੇਂ ਤੁਸੀਂ 13 ਫਰਵਰੀ ਦਾ ਜ਼ਿਕਰ ਕੀਤਾ, ਉਸ ਦਿਨ ਸਿਰਫ ਜਿਹੜਾ CRS ਸਕੋਰ ਸੀ ਸਿਰਫ 75 ਪੁਆਇੰਟ ਸੀਗਾ, ਔਰ 27,000 ਤੋਂ ਵੱਧ ਇਨਵੀਟੇਸ਼ਨ ਉਸ ਦਿਨ ਜਾਰੀ ਕੀਤੇ ਗਏ ਸੀ। ਉਸ ਤੋਂ ਬਾਅਦ ਵੀ ਲਗਾਤਾਰ ਜਿਹੜਾ ਸਕੋਰ ਸੀ ਉਹ ਕਾਫੀ ਲੋ ਆਉਂਦਾ ਰਿਹਾ, 350 ਤੱਕ ਇਹ ਸਕੋਰ ਪਹੁੰਚਿਆ, ਜੋ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਪਰ ਹੁਣ ਜਿਹੜਾ ਪਿਛਲਾ ਕੈਨੇਡੀਅਨ ਐਕਸਪੀਰੀਅੰਸ ਡਰਾ ਆਇਆ ਸੀ ਉਹਨੂੰ ਲਗਭਗ 1 ਮਹੀਨਾ ਹੋ ਚੁੱਕਾ, ਤੇ ਉਹਦਾ ਸਕੋਰ ਵੀ ਜਿਹੜਾ ਸੀ ਉਹ 462 ਸੀ। ਸਿਰਫ 2000 ਇਨਵੀਟੇਸ਼ਨ ਜਿਹੜੇ ਸੀ ਉਸ ਦਿਨ ਜਾਰੀ ਕੀਤੇ ਗਏ ਸੀਗੇ। ਉਸ ਤੋਂ ਬਾਅਦ ਜਿਹੜਾ ਲਗਾਤਾਰ ਜਿਹੜਾ ਵਾ ਹੁਣ ਹਾਲੇ ਤੱਕ ਨਾ ਤਾਂ ਕੋਈ ਫੈਡਰਲ ਸਕਿਲਡ ਜਿਹੜਾ ਵਾਲਾ ਡਰਾ ਤਾਂ ਬਹੁਤ ਸਮਾਂ ਹੋ ਗਿਆ ਆਇਆ ਨਹੀਂ, ਕੈਨੇਡੀਅਨ ਐਕਸਪੀਰੀਅੰਸ ਜਿਹੜਾ ਕਲਾਸ ਡਰਾ ਉਹ ਵੀ ਨਹੀਂ ਸੀ ਆਇਆ। ਸੋ ਹੁਣ ਕਿਉਂਕਿ ਕੈਨੇਡਾ ਸਰਕਾਰ ਲਗਾਤਾਰ ਇਹ ਕਹਿ ਰਹੀ ਆ, ਔਰ ਦਿਖ ਵੀ ਰਿਹਾ ਵਾ ਜਿਸ ਤਰੀਕੇ ਨਾਲ ਪਿਛਲੇ ਦੌਰਾਨ ਫੈਸਲੇ ਆਏ ਆ ਕਿ ਆਪਣਾ ਜਿਹੜਾ ਟਾਰਗੇਟ ਹੈ 4,01,000 ਦਾ ਹਰ ਹੀਲੇ ਪੂਰਾ ਕਰਨਾ ਚਾਹੁੰਦੀ ਆ। ਸੋ ਉਹਨੂੰ ਦੇਖਦਿਆਂ ਹੋਇਆ ਉਮੀਦ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਨਾਲ ਇਹ ਡਰਾ ਹੋਲਡ ਕੀਤੇ ਗਏ ਨੇ, ਔਰ ਇਹਨੂੰ ਦੇਖਦਿਆਂ ਲੱਗਦਾ ਹੈ ਕਿ ਕੋਈ ਵੱਡਾ ਜਿਹੜਾ ਕਦਮ ਉਹ ਚੁੱਕਿਆ ਜਾ ਸਕਦਾ, ਜਲਦੀ ਕੋਈ ਸਰਪ੍ਰਾਈਜ਼ ਜਿਹੜਾ ਮਿਲ ਸਕਦਾ, ਕੋਈ 13 ਫਰਵਰੀ ਵਰਗਾ ਵੀ, ਕੋਈ 6 ਮਈ ਵਰਗਾ ਵੀ, ਜਦੋਂ ਉਦੋਂ 90,000 ਵਾਲਾ ਪ੍ਰੋਗਰਾਮ ਆਇਆ ਸੀਗਾ, ਕੁਝ ਉਸ ਤੋਂ ਵੱਖਰਾ ਵੀ ਹੋ ਸਕਦਾ ਆ, ਕੋਈ ਵੱਡਾ ਫੈਡਰਲ ਸਕਿਲਡ ਵਰਕਰ ਦਾ ਕੋਈ ਡਰਾ ਵੀ ਹੋ ਸਕਦਾ ਆ। ਸੋ ਕੋਈ ਹਾਲੇ ਤੱਕ ਕਿਹਾ ਨਹੀਂ ਜਾ ਸਕਦਾ, ਪਰ ਉਮੀਦ ਜ਼ਰੂਰ ਕੀਤੀ ਜਾ ਰਹੀ ਆ। ਔਰ ਇੱਕ ਚਰਚਾ ਇਹ ਵੀ ਚੱਲ ਰਹੀ ਆ ਕਿ ਹੋ ਸਕਦਾ ਕਿ ਨਵੀਂ ਕੈਬਨਿਟ ਦੀ ਜਿਹੜੀ ਆ ਉਹ ਉਡੀਕ ਕੀਤੀ ਜਾ ਰਹੀ ਹੋਵੇ ਕਿ ਨਵੇਂ ਇਮੀਗ੍ਰੇਸ਼ਨ ਮੰਤਰੀ ਹੋਣਗੇ ਜਾਂ ਇਮੀਗ੍ਰੇਸ਼ਨ ਮੰਤਰੀ ਇਹੀ ਰਹਿਣਗੇ। ਹਾਲਾਂਕਿ ਮੈਨੂੰ ਲੱਗਦਾ ਕਿ ਜਸਟਿਨ ਟਰੂਡੋ ਜਿਹੜੇ ਇਹਨਾਂ ਤੋਂ ਖੁਸ਼ ਨੇ ਕੰਮ ਕਾਰ ਤੋਂ, ਪਰ ਫਿਰ ਵੀ ਜਿਹੜਾ ਵਾ ਉਹ ਨਵੇਂ ਚਿਹਰੇ ਲੈ ਕੇ ਆਉਣ ਦੀ ਗੱਲ ਕੀਤੀ ਜਾ ਰਹੀ ਆ। ਸੋ ਦੇਖਦੇ ਆ, ਇਹ ਵੀ ਇੱਕ ਪੁਆਇੰਟ ਹੈ, ਸਿਆਸੀ ਮਾਰ ਮੰਨਦੇ ਨੇ, ਕਿਉਂਕਿ ਨਵੇਂ ਚਿਹਰੇ ਸ਼ਾਮਲ ਕਰਨ ਦੀ ਗੱਲ ਕੀਤੀ ਜਾ ਰਹੀ ਆ। ਸੋ ਹੋ ਸਕਦਾ ਕਿ ਇਸ ਕਰਕੇ ਵੀ ਕੋਈ ਵੱਡਾ ਕਦਮ ਨਾ ਚੁੱਕ ਰਹੇ ਹੋਣ ਇਮੀਗ੍ਰੇਸ਼ਨ ਮੰਤਰੀ, ਜਾਂ ਉਹਨਾਂ ਦੀ ਸਰਕਾਰ ਵੀ ਕਹਿੰਦੇ ਹੋਣਗੇ ਹੱਲੇ ਰੁਕ ਜਾਓ, ਉਡੀਕ ਕਰ ਲਓ ਕਿ ਨਵੇਂ ਕੈਬਨਿਟ ਦੇ ਵਿੱਚ ਕੌਣ-ਕੌਣ ਹੋਵੇਗਾ, ਫਿਰ ਉਸ ਤੋਂ ਬਾਅਦ ਨਵੀਂ ਸਰਕਾਰ ਕਿਸ ਤਰੀਕੇ ਦੀ ਜਿਹੜੀ ਨੀਤੀ ਅਪਣਾਏਗੀ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਤੇ ਗੌਰ ਕੀਤਾ ਜਾ ਰਿਹਾ। ਪਰ ਇੰਨੀ ਗੱਲ ਪੱਕੀ ਆ ਕਿ ਜਿਸ ਤਰੀਕੇ ਨਾਲ ਇਹ ਡਰਾ ਰੋਕੇ ਗਏ ਨੇ, ਪੱਕਾ ਕੁਛ ਨਾ ਕੁਛ ਪਲਾਨ ਸਰਕਾਰ ਜਿਹੜਾ ਕਰ ਰਹੀ ਆ, ਔਰ ਕਾਫੀ ਹੱਦ ਤੱਕ ਉਮੀਦ ਆ ਕਿ ਕੋਈ ਨਾ ਕੋਈ ਸਰਪ੍ਰਾਈਜ਼ ਜਿਹੜਾ ਉਹ ਮਿਲ ਹੀ ਸਕਦਾ ਹੈ। ਜੀ, ਸੋ ਪ੍ਰੋਗਰਾਮ ਕੈਨੇਡਾ ਨਾਓ ਦੇ ਵਿੱਚ ਅਸੀਂ तमाम ਖਬਰਾਂ ਦੀ ਗੱਲਬਾਤ ਕੀਤੀ ਹੈ। ਬਾਕੀ ਖਬਰਾਂ ਦੇ ਵਾਸਤੇ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।